ਸਾਡਾ ਨਾ ਕੁਛ ਕੀਤਾ ਗਿਆ ਤੇ ਅਸੀਂ ਖੁਦਕੁਸ਼ੀ ਕਰ ਲਾਂਗੇ। ਫਿਰ ਅੱਲਾਹ ਤਬਾਰਕ व तआला ਰੋਜ਼ੇ ਕਿਆਮਤ ਉਹਨਾਂ ਤੋਂ ਪੁੱਛੇਗਾ, ਹਾਂ ਵੀ ਦੱਸੋ ਕਿ ਮੈਂ ਤੁਹਾਡੇ 'ਤੇ ਜ਼ਕਾਤ ਵਾਜਿਬ ਕੀਤੀ, ਤੁਹਾਨੂੰ ਆਪਦੇ ਕੁਰਾਨ ਦੇ ਵਿੱਚ ਸਾਰਾ ਪੈਗਾਮ ਦੱਸਿਆ, ਉਹ ਕਿਵੇਂ ਮੇਰਾ ਸਾਹਮਣਾ ਕਰਨਗੇ? ਉਹ ਹੈਗਾ ਵਾ ਉਹ ਫਰੀਜ ਗਿਆ ਤੇ ਮੁੜ ਕੇ ਸਾਨੂੰ ਕਿੰਨੇ ਪੁੱਛਣਾ ਦੱਸਣ ਨੂੰ, ਤੁਸੀਂ ਦੱਸੋ। ਸਾਡੀ ਹੁਣ ਤੇ ਉਹ ਹੈਗੇ ਨੇ, ਹੁਣ ਵੀ ਗੁਜ਼ਾਰਾ ਬਹੁਤ ਮੁਸ਼ਕਿਲ ਆ। ਅਗਰ ਇਹ ਚਲੇ ਗਿਆ ਖੁਦਾ ਨਾ ਖਾਸਤਾ, ਫਿਰ ਇਹਨਾਂ 4 ਬੱਚਿਆਂ ਦਾ, ਇਸ ਬੇਟੀ ਦਾ, 3 ਬੇਟਿਆਂ ਦਾ ਕੀ ਬਣੇਗਾ? ਬਈ ਅੱਲਾ ਵਾਰਸ ਅੱਗੋਂ ਵੇਖੋ ਸਾਡਾ ਕੌਣ ਹੈਗਾ ਵਾ, ਕੋਈ ਵੀ ਨਹੀਂ ਹੈਗਾ ਸਾਡਾ। ਬੜੀ ਮਿਹਰਬਾਨੀ, ਤੁਸੀਂ ਸਾਡਾ ਖਿਆਲ ਕਰੋ। ਫਟੇ ਪੁਰਾਣੇ ਕੱਪੜੇ ਆ ਜਰਾ ਮੇਰੇ ਬੱਚੇ, ਜਿਨ੍ਹਾਂ ਕੋਲ ਈਦ 'ਤੇ ਵੀ ਕੱਪੜੇ ਨਹੀਂ ਹੁੰਦੇ, ਇਹ ਪੁੱਛਦੇ ਆ ਪਾਪਾ ਕਿ ਆਪਾਂ ਗੋਸ਼ਤ ਕਦੋਂ ਪਕਾਉਣਾ ਵਾ। ਬੱਚੇ ਮੇਰੇ ਜਨਾਬ ਕਮਜ਼ੋਰ ਹੈ, ਬਿਮਾਰ। ਮੈਂ ਇਸ ਚੈਨਲ ਦੇ ਤਵੱਸਲ ਨਾਲ ਉਹ ਅਮੀਰ ਬੰਦਿਆਂ ਨੂੰ ਜਿਹੜੇ ਕਰੋੜਾਂ ਅਰਬਾਂ ਰੁਪਏ ਜਨਾਬ ਆਪਦਾ ਤੀਆ ਖੈਰਾਤ ਵੱਡੇ ਵੱਡੇ ਮਦਰਸਿਆਂ ਨੂੰ, ਮਸਜਿਦਾਂ ਨੂੰ ਦਿੰਦੇ ਆ, ਖੁਦਾਰਾ ਉਹ ਵੇਖਣ ਕਿ ਉਹ ਇੱਟਾਂ ਨਾਲੋਂ ਇਨਸਾਨ ਜ਼ਰੂਰੀ ਹੈ। तो सुबह नाश्ता किया? चाय बिस्किट। सिर्फ चाय पी है, रोटी नहीं खाई? रोटी क्यों नहीं मिली? रोटी नहीं है, रोटी नहीं है। रोटी घर में नहीं है, गंदुम आटा नहीं है। गोश्त कब खाया था आपने? कभी खाया गोश्त? गोश्त कभी नहीं खाया। ਪੀਂਦੇ ਹੋ ਇੱਥੇ, ਪਕਾਉਂਦੇ ਹੋ ਇੱਥੇ, ਵਾਸ਼ਰੂਮ ਜਾਂਦੇ ਹੋ? ਜਨਾਬ ਹੋਰ ਸਾਡੇ ਕੋਲ ਕੋਈ ਹੈ ਹੀ ਨਹੀਂ ਜੀ ਸਿਲਸਿਲਾ, ਹੋਰ ਕੋਈ ਚੀਜ਼ ਸਾਡੇ ਕੋਲ ਹੈ ਹੀ ਨਹੀਂ ਜੀ। ਅਸੀਂ ਕੀ ਕਰੀਏ, ਕਿਵੇਂ ਗੁਜ਼ਾਰਾ ਕਰੀਏ? ਮੁਰਗੀ ਕਦੋਂ ਘਰੇ ਪਕਾਈ ਸੀ? 2-3 ਮਹੀਨੇ ਪਹਿਲੇ। 2-3 ਮਹੀਨੇ ਪਹਿਲੇ? ਹਾਂਜੀ। ਉਸ ਤੋਂ ਬਾਅਦ ਨਹੀਂ ਪਕਾਈ? ਨਹੀਂ ਜੀ। ਸਵੇਰ ਦਾ ਨਾਸ਼ਤਾ ਕੀ ਕੀਤਾ ਅੱਜ? ਚਾय ਬਿਸਕਿਟ ਖਾਂਦੇ ਜੀ ਬੱਚੇ, ਬਸ ਕੁਛ ਵੀ ਨਹੀਂ ਜੀ। ਦੁਪਹਿਰੇ ਵੀ ਚਾय ਬਿਸਕਿਟ, ਸ਼ਾਮ ਨੂੰ ਜੇ ਕੋਈ ਮੈਂ ਲੈ ਆਵਾਂ ਤੇ ਖਾ ਲੈਂਦੇ ਜੀ, ਨਹੀਂ ਤਾਂ ਬਸ ਠੀਕ ਹੈ ਜੀ, ਫਿਰ ਚਾय ਬਿਸਕਿਟ ਹੀ ਬਸ। ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰ ਲੈਣਾ। ਮੇਰੇ 4 ਬੱਚੇ ਹੈ ਜੀ, ਮੈਂ ਇੰਤਹਾਈ ਪਰੇਸ਼ਾਨ। 1 ਸਾਲ ਕੈਦ? 1 ਸਾਲ ਕੈਦ ਬਾਮੁਸ਼ੱਕਤ ਕੈਦ ਹੈ ਜੀ। ਖੁਦਾ ਨਾ ਖਾਸਤਾ ਅਗਰ ਤੁਸੀਂ ਚਲੇ ਜਾਂਦੇ ਹੋ 2-4 ਦਿਨ ਦੇ ਅੰਦਰ, ਬੱਚਿਆਂ ਦਾ ਵਾਰਸ ਕੌਣ ਆ? ਅੱਲਾਹ ਤੋਂ ਬਾਅਦ ਕਿਵੇਂ ਨਿਜ਼ਾਮ ਚੱਲੇਗਾ? ਜਨਾਬ ਅੱਲਾਹ ਤੋਂ ਬਾਅਦ ਤਾਂ ਨਿਜ਼ਾਮ ਕਿਸੇ ਦਾ ਨਹੀਂ ਚੱਲ ਸਕਦਾ। ਇਹਦੇ ਵਿੱਚ ਮੁਖੀਰ ਹਜ਼ਰਾਤ ਜਿਹੜੇ ਮੇਰੇ ਇਹ 'ਤੇ ਮਿਹਰਬਾਨ ਨੇ, ਕਾਰੋਬਾਰ ਦਾ ਕਾਰੀਗਰ ਬੰਦਾ ਖੁਸ਼ਬੂਆਂ ਦਾ, ਜਿਹਨੂੰ ਮੈਂ 1998 ਤੋਂ ਜਨਾਬ ਖੁਸ਼ਬੂਆਂ ਦੇ ਕੰਮ ਨੂੰ ਜਾਣਦਾ। ਲੇਕਿਨ ਜਨਾਬ ਕਰੋਨਾ ਤੋਂ ਬਾਅਦ ਮੇਰਾ ਕਾਰੋਬਾਰ ਬਿਲਕੁਲ ਫਲॉप ਹੋ ਗਿਆ। ਉਹਨਾਂ ਤੋਂ ਪਹਿਲੇ ਤੁਹਾਡੇ ਕੰਮ ਦੀ ਕੀ ਸਿਸਟਮ, ਕੀ ਰੂਟੀਨ? ਜਨਾਬ ਕਰੋਨਾ ਤੋਂ ਪਹਿਲਾਂ ਮੇਰਾ ਕਾਰੋਬਾਰ ਬਿਲਕੁਲ ਠੀਕ ਸੀ, ਬਿਲਕੁਲ ਠੀਕ ਸੀ। जी नाज़रीन, टीम वॉइस ऑफ पंजाब के साथ मैं हूं हाफिज़ खालिद और आज वॉइस ऑफ पंजाब की टीम एक नए घर के अंदर मौजूद है। यारी वाला का वो बदकिस्मत घर है जिसके अंदर फाके चल रहे हैं। कई दिन जो है इस घर में रोटी नहीं बनती। और मेरे साथ जो इस घर के मालिक हैं, जो इस घर के कर्ता धर्ता हैं, जो इस घर के अल्लाह के बाद जो निगहबान हैं, मोहतरम जनाब उस्मान साहब मौजूद हैं। इनसे जानते हैं कि ये अपने बच्चों का रोज़गार कैसे कमाते हैं। और इसी के साथ इनके साथ जो एक इंसिडेंट हुआ है, जो एक हादसा हुआ है कि कारोबार के लिए किसी अपने ही ख़ानदान से किसी औरत से पैसे लिए हैं बिज़नेस के लिए, और वो जो दास्तान है वो नहायत अफसोसनाक, दर्दनाक है हमारे अदारों के लिए और हमारे अहले जो इलाका अहले शहर है उनके लिए भी। ये बड़ी एक जो है ना वो सोचने का मकाम है कि लोग ज़िंदगी कैसे बसर कर रहे हैं और जो मुखय्यर हज़रात हैं उनके नाम इनका क्या पैगाम है। तो मज़ीद इनसे जानते हैं कि इनके हालात कैसे चल रहे हैं। अस्सलाम वालेकुम। वालेकुम सलाम जी। भजन की नाम? ਮੁਹੰਮਦ ਉਸਮਾਨ ਜੀ। उस्मान भाई कितनी देर तो रहते पे हो आरफ वाला फाजल कॉलोनी? ਫਾਜ਼ਿਲ ਕਲੋਨੀ ਤੋਂ ਅਸੀਂ ਸਰ ਜੀ 2001 ਦੇ ਇੱਥੇ ਆਏ ਹੋਏ ਹਾਂ ਸਰ ਜੀ। 2001 ਦੇ ਅਸੀਂ ਇੱਥੇ ਰਹਿੰਦੇ ਪਏ। ਇਸ ਘਰ ਦੇ ਅਸੀਂ ਆਹਿਸਤਾ ਆਹਿਸਤਾ ਇਹਨੂੰ ਬਣਾਉਂਦੇ ਗਏ ਜੀ। ਬਣਿਆ ਤਾਂ ਕੀ ਹੈ ਜੀ, ਇੱਕ ਸਾਡੇ ਕੋਲ ਕਮਰਾ ਜਨਾਬ, ਜਿਹੜੇ ਲੱਕੜ ਦੀ ਸਾਡੇ ਕੋਲ ਪੌੜੀ ਹੈ, ਤੁਸੀਂ ਦੇਖੀ ਹੈ ਜੀ। ਉਹ ਉਹਦੇ 'ਤੇ ਚੜ੍ਹ ਕੇ ਬੱਚੇ, ਇੰਤਹਾਈ ਜਨਾਬ ਮੌਤ ਦਾ ਮੰਜ਼ਰ ਹੈ ਜੀ। ਉਹ ਵੀ ਕਦੇ ਮਜਬੂਰੀ ਨਾਲ ਬਿਮਾਰ ਸ਼ਮਾਰ ਆ, ਜੋ ਵੀ ਇਸ ਪੌੜੀ ਤੋਂ ਹੀ ਅਸੀਂ ਥੱਲੇ ਉਤਰਨਾ, ਇਹਦੇ ਤੋਂ ਹੀ ਆਉਣਾ ਜਾਣਾ, ਬੱਚਿਆਂ ਨੇ, ਘਰ ਵਾਲੀ ਨੇ ਆਉਣਾ ਜਾਣਾ, ਇਹ ਸਾਰਾ ਸਿਲਸਿਲਾ ਜਨਾਬ। ਸਾਡਾ ਘਰ ਸਾਡਾ ਜਨਾਬ ਬਿਲਕੁਲ ਖਾਲੀ ਹੈ। ਸਾਡੇ ਕੋਲ ਕਦੇ ਖਾਣ ਨੂੰ ਕੋਈ ਚੀਜ਼ ਹੋ ਜਾਂਦੀ ਹੈ, ਕਦੇ ਕਿਸੇ ਤੋਂ ਮਿਹਨਤ ਮਜ਼ਦੂਰੀ ਕਰ ਲਈਏ, ਕਿਸੇ ਤੋਂ ਮੰਗ ਲਈਏ, ਕੋਈ ਮਿਲ ਜਾਵੇ ਤੇ ਅਸੀਂ ਖਾ ਲੈਂਦੇ ਹਾਂ, ਨਹੀਂ ਤਾਂ ਜਨਾਬ ਫਾਕੇ ਦੀ ਕੰਡੀਸ਼ਨ ਹੈ। ਕਾਰੋਬਾਰ ਦੀ ਜਨਾਬ ਇਹ ਕੰਡੀਸ਼ਨ ਹੈ ਕਿ ਕਾਰੋਬਾਰ ਮੇਰਾ ਹੈ, ਮੈਂ ਕਾਰੋਬਾਰ ਕਰ ਸਕਦਾ। ਮੈਂ ਕਾਰੋਬਾਰ ਦਾ ਕਾਰੀਗਰ ਬੰਦਾ ਖੁਸ਼ਬੂਆਂ ਦਾ, ਜਿਹਨੂੰ ਮੈਂ 1998 ਤੋਂ ਜਨਾਬ ਖੁਸ਼ਬੂਆਂ ਦੇ ਕੰਮ ਨੂੰ ਜਾਣਦਾ।
ਲੇਕਿਨ ਜਨਾਬ ਕਰੋਨਾ ਤੋਂ ਬਾਅਦ ਮੇਰਾ ਕਾਰੋਬਾਰ ਬਿਲਕੁਲ ਫਲॉप ਹੋ ਗਿਆ ਜੀ। ਉਹਨਾਂ ਤੋਂ ਪਹਿਲੇ ਤੁਹਾਡੇ ਕੰਮ ਦੀ ਕੀ ਸਿਸਟਮ ਕੀ ਰੂਟੀਨ ਜਨਾਬ ਕਰੋਨਾ ਤੋਂ ਪਹਿਲਾਂ ਮੇਰਾ ਕਾਰੋਬਾਰ ਬਿਲਕੁਲ ਠੀਕ ਸੀ, ਬਿਲਕੁਲ ਠੀਕ ਸੀ। ਰੋਜ਼ ਘਰੇ ਰੋਟੀ ਵੀ ਬਣਦੀ ਸੀ, ਘਰੇ ਖੁਸ਼ੀਆਂ ਸੀ, ਹਰ ਤਰ੍ਹਾਂ ਮੇਰੇ ਬੱਚੇ ਠੀਕ ਸੀਗੇ। ਉਸ ਤੋਂ ਬਾਅਦ ਕਰੋਨਾ ਤੋਂ ਬਾਅਦ ਜਨਾਬ ਸਾਰਾ ਕੁਝ ਮੇਰਾ ਜਨਾਬ ਖਤਮ ਹੋ ਗਿਆ, ਹਰ ਚੀਜ਼ ਖਤਮ ਹੋ ਗਈ, ਦੁਕਾਨ ਮੇਰੀ ਖਤਮ ਹੋ ਗਈ, ਕਿਰਾਇਆ ਮੈਂ ਨਹੀਂ ਦੇ ਸਕਿਆ, ਜਿੰਦੀ ਵਜ੍ਹਾ ਤੋਂ ਮਾਲਕ ਦੁਕਾਨ ਨੇ ਮੈਨੂੰ ਜਨਾਬ ਭਜਾ ਦਿੱਤਾ ਤੇ ਹੁਣ ਇੱਕ ਛੋਟਾ ਜਿਹਾ ਫੱਟਾ ਬਾਜ਼ਾਰ ਦੇ ਵਿੱਚ ਜਨਾਬ ਜਿਹੜਾ ਮੈਂ ਬਿਲਕੁਲ ਬੇਮਦਦਗਾਰ ਉੱਥੇ ਜਨਾਬ, ਨਾ ਕੋਈ ਧੁੱਪ ਵਾਸਤੇ ਕੋਈ ਛਾਂ ਵਾਸਤੇ ਕੁਛ ਨਹੀਂ ਹੈ, ਸਰਦੀ ਹੋਵੇ ਗਰਮੀ ਹੋਵੇ ਜਨਾਬ ਬਾਹਰ ਫੱਟੇ ਤੇ ਮੈਂ ਬੈਠਾ, ਨਾ ਉੱਥੇ ਕੋਈ ਪੱਖਾ ਵੈ ਨਾ ਉੱਥੇ ਕੋਈ ਕੁਛ ਹੈ। 40 ਟੈਂਪਰੇਚਰ ਹੈ, ਚਾਹੇ ਸਖਤ ਸਰਦੀ ਹੈ, ਮੈਂ ਫੱਟੇ ਥੱਲੇ ਉੱਥੇ ਫੱਟੇ ਤੇ ਬਹਿ ਕੇ ਜਨਾਬ ਆਪਦੀ ਰੋਜ਼ੀ ਕਮਾਣੀ ਹੁੰਦੀ। ਕਿੰਨਾ ਕੁ ਕਮਾ ਲੈਂਦੇ ਹੋ? ਜਨਾਬ ਮੈਂ 400-500 ਰੁਪਇਆ ਬਾ ਮੁਸ਼ਕਿਲ ਕਮਾ ਲੈਣਾ, ਕਿਉਂਕਿ ਮੇਰੇ ਕੋਲ ਕੋਈ ਸਮਾਨ ਨਹੀਂ, 400-500 ਦੇ ਵਿੱਚ ਜ਼ਾਹਰ ਹੈ ਤੁਸੀਂ ਇਤਰ ਵੀ ਖਰੀਦਣਾ, ਬਾਅਦ ਚੋਂ ਸੇਲ ਆਊਟ ਕਰਨ ਵਾਸਤੇ ਉਹ ਕਿਵੇਂ ਖਰੀਦਦੇ ਹੋ? ਕੁਛ ਵੀ ਨਹੀਂ ਆਉਂਦਾ ਜਨਾਬ। ਕਿੰਨੇ ਬੱਚੇ ਨੇ? 4 ਬੱਚੇ ਜੀ। ਕਰੋਨਾ ਤੋਂ ਬਾਅਦ ਤੁਹਾਡੇ ਹਾਲਾਤ ਦਿਨ ਬ ਦਿਨ ਵਿਗੜਦੇ ਗਏ। ਹਾਂਜੀ ਸਰ ਜੀ ਬਿਲਕੁਲ ਵਿਗੜਦੇ ਗਏ ਜੀ। ਉਹਦੇ 'ਚ ਇਹ ਹੈ ਕਿ ਬਿਜਲੀ ਦਾ ਬਿੱਲ ਦੇਣ ਵਾਸਤੇ ਵੀ ਪੈਸੇ ਨਹੀਂ ਹੈ, ਬੱਚੇ ਬਿਮਾਰ ਹੈ, ਕਮਜ਼ੋਰ ਹੈ ਬੱਚੇ ਜਿਹੜੇ ਤੁਸੀਂ ਦੇਖ ਸਕਦੇ ਹੋ। ਕਰੋਨਾ ਤੋਂ ਪਹਿਲਾਂ ਇੱਦਾਂ ਨਹੀਂ ਹੈ ਕਿਸੇ ਬੱਚੇ ਤੇ ਜਨਾਬ ਹੁਣ ਹੈ ਸਾਰੀ ਕੰਡੀਸ਼ਨ ਸੂਰਤ ਹਾਲ। ਲਾਸਟ ਟਾਈਮ ਮੁਰਗੀ ਕਦੋਂ ਘਰੇ ਪਕਾਈ ਸੀ? 2-3 ਮਹੀਨੇ ਪਹਿਲੇ। 2-3 ਮਹੀਨੇ ਪਹਿਲੇ। ਹਾਂਜੀ। ਉਸ ਤੋਂ ਬਾਅਦ ਨਹੀਂ ਪਕੀ? ਨਹੀਂ ਜੀ। ਸਵੇਰ ਦਾ ਨਾਸ਼ਤਾ ਕੀ ਕੀਤਾ ਅੱਜ? ਚਾय ਬਿਸਕਿਟ ਖਾਂਦੇ ਜੀ ਬੱਚੇ, ਬਸ ਕੁਛ ਵੀ ਨਹੀਂ ਜੀ। ਦੁਪਹਿਰੇ ਵੀ ਚਾय ਬਿਸਕਿਟ, ਸ਼ਾਮ ਨੂੰ ਜੇ ਕੋਈ ਮੈਂ ਲੈ ਆਵਾਂ ਤੇ ਖਾ ਲੈਂਦੇ ਜੀ, ਨਹੀਂ ਤਾਂ ਬਸ ਠੀਕ ਹੈ ਜੀ, ਫਿਰ ਚਾय ਬਿਸਕਿਟ ਹੀ ਬਸ। ਤੁਸੀਂ ਮੈਨੂੰ ਇੱਕ ਵਾਕਿਆ ਸੁਣਾਇਆ ਸੀ ਕਿ ਕਿਸੇ ਖਾਨਦਾਨ ਦੀ ਕਿਸੇ ਔਰਤ ਕੋਲੋਂ ਪੈਸੇ ਲਿਆ ਸੀ ਬਿਜ਼ਨਸ ਵਾਸਤੇ। ਇਹ ਕਰੋਨਾ ਤੋਂ ਪਹਿਲੇ ਦਾ ਮਾਮਲਾ ਤੇ ਕੀ ਮਾਮਲਾ ਸੀ? ਜਨਾਬ ਮੈਂ 2018 ਜਦੋਂ ਕਾਰੋਬਾਰ ਸਟਾਰਟ ਕੀਤਾ, ਮੈਂ ਆਪਣੀ ਇੱਕ ਅਜ਼ੀਜ਼ਾ ਜਿਹੜੀ ਮੇਰੀ ਸੱਕੀ ਖਾਲਾ ਵੀ ਹੈ, ਮੇਰੀ ਸੱਕੀ ਤਾਈ ਵੀ, ਉਹਦੇ ਤੋਂ ਮੈਂ 6 ਲੱਖ ਰੁਪਇਆ 2 ਕਿਸ਼ਤਾਂ 'ਚ 3-3 ਲੱਖ ਰੁਪਇਆ ਕਰਕੇ ਮੈਂ ਕਰਜ਼ ਲਿਆ ਸੀ। ਉਹਦੇ ਵਿੱਚ ਮੇਰੀ ਉਹਦੇ ਨਾਲ ਕਮਿਟ ਹੋਈ ਕਿ ਮੈਂ ਉਹਨੂੰ ਹਰ ਮਹੀਨੇ ਪ੍ਰੋਫਿਟ ਦੀ ਸ਼ਕਲ 'ਚ ਪੈਸੇ ਦਿਆਂਗੇ। ਮੈਂ ਉਹਨੂੰ ਹਰ ਮਹੀਨੇ ਜਨਾਬ 12,000 ਰੁਪਇਆ ਦਿੰਦਾ ਰਿਹਾ। 2023 ਤੇ ਕਰੋਨਾ ਤੋਂ ਬਾਅਦ 4 ਸਾਲ ਮੈਂ ਉਹਨੂੰ ਪੈਸੇ ਦਿੰਦਾ ਰਿਹਾ, ਜਿਹੜੇ ਜਨਾਬ ਟੋਟਲ 5 ਲੱਖ ਰੁਪਇਆ ਬਣਦਾ ਜੀ। ਜਨਾਬ ਕਰੋਨਾ ਤੋਂ ਬਾਅਦ ਕਾਰੋਬਾਰ ਬਿਲਕੁਲ ਫਲॉप ਹੋ ਗਿਆ, ਬੱਚੇ ਫਾਕਾ ਕਸ਼ੀ ਤੇ ਆ ਗਿਆ, ਮੇਰੀ ਦੁਕਾਨ ਵੀ ख़त्म ਹੋ ਗਈ, ਹਰ ਚੀਜ਼ ख़त्म ਹੋ ਗਈ ਜਨਾਬ। ਉਹਨੇ ਜਨਾਬ ਮੇਰੇ ਤੇ ਫਿਰ ਇੱਕ ਪ੍ਰਨੋਟ ਸੀ ਜਿਹੜਾ ਖਾਲੀ ਮੈਂ ਉਹਨੂੰ ਦਿੱਤਾ, ਉਹਦੇ ਤੇ ਜਨਾਬ ਉਹਨੇ ਮੇਰੇ ਤੇ ਡਿਗਰੀ ਕਰਾ ਕੇ ਮੇਰੇ ਤੇ ਕੇਸ ਕਰਾ ਦਿੱਤਾ ਜਨਾਬ। ਉਹਦੇ ਵਿੱਚ ਇਹ ਹੋਇਆ ਕਿ 23 ਤਰੀਕ ਨੂੰ ਮੇਰੇ ਵਾਰੰਟ ਉਹਨਾਂ ਨੇ ਜਾਰੀ ਕਰ ਦਿੱਤੇ ਕਿ 5-6 ਲੱਖ ਰੁਪਇਆ ਯਕਮੁਸ਼ਤ ਦਿਓ, ਜਿਹੜਾ ਉਹਨਾਂ ਦਾ ਕੇਸ ਤੇ ਖਰਚਾ ਲੱਗਿਆ ਉਹ ਵੀ ਦੇ ਵਿੱਚ ਗਏ। 23 ਤਰੀਕ ਨੂੰ ਉਹਨਾਂ ਨੇ ਮੇਰੇ ਵਾਰੰਟ ਜਾਰੀ ਕਰ ਦਿੱਤੇ, ਜਿਹੜਾ ਜਨਾਬ ਕੱਲ ਸੋਮਵਾਰ ਨੂੰ ਉਹਨਾਂ ਨੇ ਮੈਨੂੰ ਗ੍ਰਿਫਤਾਰ ਕਰ ਲੈਣਾ। ਮੇਰੇ 4 ਬੱਚੇ ਹੈ ਜੀ, ਮੈਂ ਇੰਤਹਾਈ ਪਰੇਸ਼ਾਨ। 1 ਸਾਲ ਕੈਦ? 1 ਸਾਲ ਕੈਦ ਬਾਮੁਸ਼ੱਕਤ? ਬਾਮੁਸ਼ੱਕਤ ਕੈਦ ਹੈ ਜੀ। ਖੁਦਾ ਨਾ ਖਾਸਤਾ ਅਗਰ ਤੁਸੀਂ ਚਲੇ ਜਾਂਦੇ ਹੋ 2-4 ਦਿਨ ਦੇ ਅੰਦਰ, ਬੱਚਿਆਂ ਦਾ ਵਾਰਸ ਕੌਣ ਆ? ਅੱਲਾਹ ਤੋਂ ਬਾਅਦ ਕਿਵੇਂ ਨਿਜ਼ਾਮ ਚੱਲੇ? ਜਨਾਬ ਅੱਲਾਹ ਤੋਂ ਬਾਅਦ ਤਾਂ ਨਿਜ਼ਾਮ ਕਿਸੇ ਦਾ ਨਹੀਂ ਚੱਲ ਸਕਦਾ। ਇਹਦੇ ਵਿੱਚ ਮੁਖੀਰ ਹਜ਼ਰਾਤ ਜਿਹੜੇ ਮੇਰੇ ਇੱਥੇ ਮਿਹਰਬਾਨ ਨੇ, ਜਿਹੜੇ ਲੋਕਾਂ ਨੂੰ ਲੱਖਾਂ ਰੁਪਇਆ ਦਿੰਦੇ ਆ ਜਨਾਬ, ਉਹਨਾਂ ਦੇ ਅੱਗੇ ਹੀ ਸਵਾਲ ਹੈ ਜਨਾਬ ਕਿ ਅੱਲਾ ਦੀ ਰਜ਼ਾ ਦੀ ਖਾਤਰ, ਕਿਉਂਕਿ ਮੈਂ ਤਾਂ ਕਮਜ਼ੋਰ ਬੰਦਾ, ਨਾ ਕਿਸੇ ਦਾ ਪਾਣੀ ਭਰ ਸਕਦਾ, ਨਾ ਕਿਸੇ ਨੂੰ ਮੈਂ ਕੁਝ ਕਰ ਸਕਦਾ। ਇਹ ਤਾਂ ਉਹਨਾਂ ਅੱਗੇ ਸਵਾਲ ਹੈ ਕਿ ਅੱਲਾ ਦੀ ਰਜ਼ਾ ਦੀ ਖਾਤਰ ਤੁਸੀਂ ਆਪਦੀ ਜ਼ਕਾਤ ਖੈਰਾਤ ਜਿਹੜਾ ਤੁਸੀਂ ਅਤੀਆ ਕਰਦੇ ਹੋ, ਉਹਦੇ ਵਿੱਚ ਜਨਾਬ ਮੇਰਾ ਜਿਹੜਾ 6 ਲੱਖ ਰੁਪਇਆ ਮੇਰੇ ਤੇ ਬੋਝ ਆ ਉਹ ਮੇਰਾ ਖ਼ਤਮ ਕਰ ਦਿੱਤਾ ਜਾਵੇ। ਮੈਂ ਕਾਰੋਬਾਰ ਕਰ ਸਕਦਾ ਜਨਾਬ, ਮੇਰੇ ਕੋਈ ਦੁਕਾਨ ਵਾਸਤੇ ਕਾਰੋਬਾਰ ਵਾਸਤੇ ਕੁਛ ਅਤੀਆ ਕੀਤਾ ਜਾਵੇ। ਉਹ ਲੋਕ ਜਿਹੜੇ ਕਰੋੜਾਂ ਰੁਪਇਆ ਜਨਾਬ ਆਪਦੀਆਂ ਸ਼ਾਦੀਆਂ ਤੇ ਵਿਆਹਾਂ ਤੇ ਆਪਦੀਆਂ ਫਜ਼ੂਲ ਖਰਚੀਆਂ ਤੇ ਉਡਾ ਰਹੇ ਜਨਾਬ, ਜਿਹੜੇ ਰੋਜ਼ ਪੀਜ਼ਾ ਖਾਂਦੇ ਉਹ ਦੇਖਣ ਜ਼ਰਾ ਕਿ ਅਸੀਂ ਆਪਦੇ ਘਰੇ 2 ਟਾਈਮ ਦੀ ਰੋਟੀ ਕਿਵੇਂ ਕਮਾਉਂਦੇ ਪਕਾਉਂਦੇ। ਖੁਦਾ ਰਾ ਕਿ ਇਨਸਾਨੀਅਤ ਨੂੰ ਨਾ ਮਰਨ ਦਿਓ, ਇਨਸਾਨੀਅਤ ਨੂੰ ਨਾ ਮਰਨ ਦਿਓ। ਜੇ ਅਗਰ ਕਿਸੇ ਨੂੰ ਕੋਈ ਛੱਡ ਗਿਆ ਤੇ ਜਨਾਬ ਉਹਨੂੰ ਮੋਢਾ ਲਾ। ਇਸ ਗੱਲ ਦਾ ਅੱਲਾ ਵੀ ਕਹਿੰਦਾ, ਅੱਲਾ ਦਾ ਰਸੂਲ ਵੀ ਕਹਿੰਦਾ। ਫਟੇ ਪੁਰਾਣੇ ਕੱਪੜੇ ਜਨਾਬ ਮੇਰੇ ਬੱਚੇ ਜਿਨ੍ਹਾਂ ਕੋਲ ਈਦ ਤੇ ਵੀ ਕੱਪੜੇ ਨਹੀਂ ਹੁੰਦੇ, ਇਹ ਪੁੱਛਦੇ ਆ ਪਾਪਾ ਕਿ ਆਪਾਂ ਗੋਸ਼ਤ ਕਦੋਂ ਪਕਾਉਣਾ ਵਾ। ਬੱਚੇ ਮੇਰੇ ਜਨਾਬ ਕਮਜ਼ੋਰ ਹੈ, ਬਿਮਾਰ। ਮੈਂ ਇਸ ਚੈਨਲ ਦੇ ਤਵੱਸਲ ਨਾਲ ਉਹ ਅਮੀਰ ਬੰਦਿਆਂ ਨੂੰ ਜਿਹੜੇ ਕਰੋੜਾਂ ਅਰਬਾਂ ਰੁਪਏ ਜਨਾਬ ਆਪਦਾ ਤੀਆ ਖੈਰਾਤ ਵੱਡੇ ਵੱਡੇ ਮਦਰਸਿਆਂ ਨੂੰ ਮਸਜਿਦਾਂ ਨੂੰ ਦਿੰਦੇ ਆ, ਖੁਦਾਰਾ ਉਹ ਵੇਖਣ ਕਿ ਉਹ ਇੱਟਾਂ ਨਾਲੋਂ ਇਨਸਾਨ ਜ਼ਰੂਰੀ ਹੈ। ਸਾਡਾ ਨਾ ਕੁਛ ਕੀਤਾ ਗਿਆ ਤੇ ਅਸੀਂ ਖੁਦਕੁਸ਼ੀ ਕਰ ਲਾਂਗੇ, ਫਿਰ ਅੱਲਾਹ ਤਬਾਰਕ व ਤਆਲਾ ਰੋਜ਼ੇ ਕਿਆਮਤ ਉਹਨਾਂ ਤੋਂ ਪੁੱਛੇਗਾ, ਹਾਂ ਵੀ ਦੱਸੋ ਕਿ ਮੈਂ ਤੁਹਾਡੇ ਤੇ ਜ਼ਕਾਤ ਵਾਜਿਬ ਕੀਤੀ, ਤੁਹਾਨੂੰ ਆਪਦੇ ਕੁਰਾਨ ਦੇ ਵਿੱਚ ਸਾਰਾ ਪੈਗਾਮ ਦੱਸਿਆ। ਉਹ ਕਿਵੇਂ ਮੇਰਾ ਸਾਹਮਣਾ ਕਰਨਗੇ, ਉਹ ਕਿਵੇਂ ਅੱਲਾਹ ਦਾ ਸਾਹਮਣਾ ਕਰਨਗੇ? ਉਹਨਾਂ ਦੇ ਅੱਗੇ ਸਵਾਲ ਹੈ ਖੁਦਾਰਾ ਇਨਸਾਨੀਅਤ ਨੂੰ ਨਾ ਮਰਨ ਦਿਓ, ਇਨਸਾਨੀਅਤ ਨੂੰ ਨਾ ਮਰਨ ਦਿਓ। ਮੈਂ ਇਕੱਲਾ ਨਹੀਂ ਹਾਂ ਜਨਾਬ, ਮੇਰਾ ਇੱਕ ਪੂਰਾ ਖਾਨਦਾਨ ਹੈ, ਮੇਰਾ ਇੱਕ ਪੂਰਾ ਖਾਨਦਾਨ ਹੈ। ਅਗਰ ਜੇ ਕੋਈ ਮੇਰੇ ਵਾਸਤੇ ਕਰੇਗਾ ਤੇ ਮੈਂ ਵੀ ਦੁਆਵਾਂ ਦੇਵਾਂਗਾ। ਜਦੋਂ ਤੱਕ ਮੇਰੀ ਆਲ ਔਲਾਦ ਹੈ ਜਨਾਬ ਉਹ ਵੀ ਉਹਨਾਂ ਨੂੰ ਦੁਆ ਦੇਗੀ। ਬਿਲਕੁਲ ਕਿ ਸਦਕਾ ਜਾਰੀ ਹੈ ਤੇ ਲੋਕਾਂ ਨੂੰ ਇਹਦੇ ਵਿੱਚ ਮੇਰੀ ਮਦਦ ਕਰਨੀ ਚਾਹੀਦੀ ਹੈ। ਅੱਲਾ ਸਾਹਿਬ ਮੇਰੇ ਨਾਲ ਨਾ ਹੁੰਦੇ
ਅੱਲਾ ਸ਼ਾਹਦ ਕਿ ਅਸੀਂ 5-6 ਜਣਿਆਂ ਨੂੰ ਖੁਦਕੁਸ਼ੀ ਕਰ ਜਾਣੀ ਸੀ। जी नाज़रीन, टीम वॉइस ऑफ पंजाब फाजल कॉलोनी के इस घर के अंदर मौजूद है, जो 2 से 3 मरले का ये घर है और इसके अंदर किचन नाम की कोई चीज़ नहीं है। इनका एक कमरा है, कमरे के अंदर इनका किचन है और इसी कमरे के अंदर इनका वाशरूम है। वाशरूम के अंदर कमोड या सीट वाला तस्वर नहीं है। ये हम आपको दिखाएंगे तो आप देख के परेशान रह जाएंगे। मेरे साथ मेरी वो बहन भी मौजूद है जो इनकी अहलिया है और इनके बच्चे भी मौजूद हैं और जो हर रोज़ अपने वालिद की तरफ ये देख के ये पूछते हैं उनकी आंखें कि हमारे घर में गोश्त कब बनेगा, हम फल कब खाएंगे। जब ये बच्चे घर से बाहर जाते होंगे, बाकी बच्चों को देखते होंगे ईद पे, बकरीद पे, बाकी खुशियों के ऊपर, तो इनके दिल पे जो कहर टूटता है वो मैं और आप बखूबी महसूस कर सकते हैं। मज़ीद उस गरीब फैमिली का अब घर दिखाने जा रहे हैं कि इनका किचन, इनका घर, इनकी कुल दुनिया, कुल कायनात जो है वो कितनी है और ये लोग ज़िंदगी कैसे बसर कर रहे हैं। मेरा ख्याल है कि जंगल में रहने वाले लोग भी जो है ना वो इससे बेहतर ज़िंदगी शायद गुजार रहे हों। आइए इनका घर विज़िट करवाते हैं। भाई किचन ਤੁਹਾਡਾ ਕਿਹੜਾ ਹੈ? ਇਹ ਕਿਚਨ ਹੈ ਸੂਫੀ ਸਾਹਿਬ ਸਾਡਾ ਜੀ। ਟੋਟਲ ਕਿਚਨ ਹੈ ਇਹ? ਹਾਂਜੀ ਇਹ ਹੀ ਹੈ ਜੀ। ਤੇ ਦਿਹਾੜੀ 'ਚ ਕਿੰਨੀ ਵਾਰੀ ਇਹ ਚੁੱਲ੍ਹਾ ਚੱਲਦਾ ਹੈ? ਇਹ ਜਨਾਬ 1-2 ਦਫਾ ਚੱਲ ਜਾਂਦਾ ਜੀ, ਬਸ ਇਸ ਤੋਂ ਜ਼ਿਆਦਾ ਨਹੀਂ ਜੀ। ਮੈਂ ਇਸ ਘਰ 'ਚ ਵਾਸ਼ਰੂਮ ਨਹੀਂ ਦੇਖਿਆ, ਵਾਸ਼ਰੂਮ ਕਿੱਥੇ ਹੈ? ਵਾਸ਼ਰੂਮ ਸਾਡਾ ਹੈ ਹੀ ਨਹੀਂ ਜੀ। ਇਹ ਸਾਡਾ ਵਾਸ਼ਰੂਮ ਹੈ ਜੀ। ਇਹ ਵਾਸ਼ਰੂਮ? ਹਾਂਜੀ ਇਹ ਵਾਸ਼ਰੂਮ ਹੈ ਜੀ। ਇਹ ਇੱਟ ਅਸੀਂ ਸਾਈਡ ਤੇ ਕਰਕੇ, ਲੱਕੜੀ ਸਾਈਡ ਕਰਤੇ, ਥੱਲੇ ਜਨਾਬ ਜਿਹੜਾ ਪਾਇਪ ਹੈ ਥੱਲੇ ਜਾਂਦਾ ਪਿਆ ਜੀ। ਇੱਥੇ ਹੀ ਬੱਚੇ ਵਾਸ਼ਰੂਮ ਕਰਦੇ ਆ, ਇੱਥੇ ਹੀ ਨਹਾਉਂਦੇ ਆ, ਇੱਥੇ ਹੀ ਸਾਰਾ ਕੁਝ ਹੈ ਜੀ। ਇੱਥੇ ਸਾਰੇ ਫਿਰ ਉੱਥੇ ਕਿਚਨ ਚੁੱਲ੍ਹੇ ਕੋਲ ਭਾਂਡੇ ਧੋ ਕੇ ਉਹ ਜਨਾਬ ਸਾਰਾ ਪਾਣੀ ਵੇਸਟ ਇੱਥੇ ਕਰਦੇ ਨੇ। ਬਸ ਇੱਥੇ ਹੀ ਖਾਂਦੇ ਪੀਂਦੇ ਹੋ, ਇੱਥੇ ਹੀ ਪਕਾਉਂਦੇ ਹੋ, ਇੱਥੇ ਹੀ ਵਾਸ਼ਰੂਮ ਜਾਂਦੇ ਹੋ? ਜਨਾਬ ਹੋਰ ਸਾਡੇ ਕੋਲ ਕੋਈ ਹੈ ਹੀ ਨਹੀਂ ਜੀ ਸਿਲਸਿਲਾ, ਹੋਰ ਕੋਈ ਚੀਜ਼ ਸਾਡੇ ਕੋਲ ਹੈ ਹੀ ਨਹੀਂ ਜੀ। ਅਸੀਂ ਕੀ ਕਰੀਏ, ਕਿਵੇਂ ਗੁਜ਼ਾਰਾ ਕਰੀਏ? ਵਾਲੇਕੁਮ ਸਲਾਮ। ਬਾਜੀ ਗੁਰਬਤ ਦੇ ਵਿੱਚ ਸ਼ਾਦੀ ਤੋਂ ਬਾਅਦ ਕਿੰਨਾ ਅਰਸਾ ਗੁਜ਼ਾਰ ਚੁੱਕੇ ਹੋ? ਬਈ ਗੁਜ਼ਾਰ ਤਾਂ ਬਹੁਤ ਸੋਹਣਾ ਲਿਆ ਵਾ, ਲੇਕਿਨ ਹੁਣ ਨਹੀਂ ਸਾਡੇ ਕੋਲ ਗੁਜ਼ਾਰਾ ਹੁੰਦਾ। ਮੇਰਾ ਮੀਆਂ ਹੈਗਾ ਵਾ, ਉਹ ਫਰੀਜ ਗਿਆ ਤੇ ਮੁੜ ਕੇ ਸਾਨੂੰ ਕਿੰਨੇ ਪੁੱਛਣਾ ਦੱਸਣ, ਤੁਸੀਂ ਦੱਸੋ। ਸਾਡੀ ਹੁਣ ਤੇ ਉਹ ਹੈਗੇ ਨੇ, ਹੁਣ ਵੀ ਗੁਜ਼ਾਰਾ ਬਹੁਤ ਮੁਸ਼ਕਿਲ ਆ। ਅਗਰ ਇਹ ਚਲੇ ਗਿਆ ਖੁਦਾ ਨਾ ਖਾਸਤਾ, ਫਿਰ ਇਹਨਾਂ 4 ਬੱਚਿਆਂ ਦਾ, ਇਸ ਬੇਟੀ ਦਾ, 3 ਬੇਟਿਆਂ ਦਾ ਕੀ ਬਣੇਗਾ? ਬਈ ਅੱਲਾ ਵਾਰਸ ਅੱਗੋਂ ਵੇਖੋ ਸਾਡਾ ਕੌਣ ਹੈਗਾ ਵਾ, ਕੋਈ ਵੀ ਨਹੀਂ ਹੈਗਾ ਸਾਡਾ। ਬੜੀ ਮਿਹਰਬਾਨੀ, ਤੁਸੀਂ ਸਾਡਾ ਖਿਆਲ ਕਰੋ, ਬੜੀ ਮਿਹਰਬਾਨੀ ਹੋਏਗੀ ਤੁਹਾਡੀ। ਕੋਈ ਵੀ ਕਿੰਨੇ ਬੱਚੇ ਨੇ? 4 ਬੱਚੇ ਆ। ਕਿੰਨੀਆਂ ਉਮਰਾਂ ਇਹਨਾਂ ਦੀਆਂ? ਇੱਕ 8 ਸਾਲ ਦੀ ਬੇਟੀ ਹੈ, 7 ਸਾਲ ਦਾ ਬੇਟਾ ਵਾ, 5 ਸਾਲ ਦਾ, 3 ਮਹੀਨਿਆਂ ਦੀ ਬੱਚੀ। ਗਵਰਨਮੈਂਟ ਦੇ ਨਾਮ ਕੀ ਪੈਗਾਮ ਹੈ, ਉਹਨਾਂ ਲੋਕਾਂ ਦੇ ਨਾਮ ਕੀ ਪੈਗਾਮ ਹੈ ਜਿਹੜਾ ਤੁਹਾਡਾ ਕਰਜ਼ ਉਤਾਰ ਸਕਦੇ ਨੇ ਔਰ ਇਸ ਭਾਈ ਨੂੰ ਕਾਰੋਬਾਰ ਵੀ ਕਰਾ ਕੇ ਦੇ ਸਕਦੇ ਨੇ, ਤਾਂ ਕਿ ਇਹ 4-5 ਜਾਨਾਂ ਜਿਹੜੀਆਂ ਨੇ ਇਹ ਅੱਛੀ ਜ਼ਿੰਦਗੀ ਗੁਜ਼ਾਰ ਸਕਣ, ਬੱਚੇ ਅੱਛੀ ਤਾਲੀਮ ਹਾਸਲ ਕਰ ਸਕਣ? ਹਾਂਜੀ, ਜਿਹੜੇ ਭਾਈ ਦੇਖ ਰਹੇ ਨੇ ਉਹਨਾਂ ਨੂੰ ਬੜੀ ਮਿਹਰਬਾਨੀ ਆ। ਸਾਡਾ ਖਿਆਲ ਕਰੋ, ਸਾਡੇ ਬੱਚਿਆਂ ਦਾ ਖਿਆਲ ਕਰੋ, ਸਾਡਾ ਕਰਜ਼ ਉਤਾਰਨ, ਬੜੀ ਮਿਹਰਬਾਨੀ। ਸਾਨੂੰ ਵੀ ਈਦ 'ਤੇ ਕੱਪੜੇ ਬੱਚਿਆਂ ਨੂੰ ਵੀ ਪਾ ਲੈਣ ਦਿਓ, ਬੜੀ ਮਿਹਰਬਾਨੀ। ਜਿੱਥੇ ਤੁਸੀਂ ਆਪਦੇ ਬੱਚਿਆਂ ਦਾ ਖਿਆਲ ਕਰਦੇ, ਸਾਡਿਆਂ ਦਾ ਵੀ ਕਰੋ, ਮੇਰੇ ਮੀਆਂ ਦਾ ਵੀ ਖਿਆਲ ਕਰੋ, ਉਹਨੂੰ ਇਸ ਮੁਸੀਬਤ ਤੋਂ ਕੱਢੋ। ਬੱਚੇ ਗੋਸ਼ਤ ਮੰਗਦੇ ਨੇ? ਹਾਂਜੀ ਮੰਗਦੇ ਨੇ, ਬੇਸ਼ੱਕ ਮੰਗਦੇ ਨੇ। ਆਖਰੀ ਦਫਾ ਬੱਚਿਆਂ ਨੂੰ ਗੋਸ਼ਤ ਕਿਦੋਂ ਖਿਲਾਇਆ? 3-4 ਮਹੀਨੇ ਹੋ ਗਏ ਨਹੀਂ ਅਸੀਂ ਬੱਚਿਆਂ ਨੂੰ ਖਿਲਾਇਆ। ਆਂਢ ਗੁਆਂਢ ਤੁਹਾਡੇ ਸੱਜੇ ਖੱਬੇ ਮਸਾਏ ਤਾਵਨ ਕਰਦੇ ਨੇ? ਨਹੀਂ, ਕੋਈ ਵੀ ਨਹੀਂ ਕਰਦਾ, ਸਾਡਾ ਕੋਈ ਤਾਵਨ नहीं करता सिवाय अल्लाह की ज़ात तो। जी नाज़रीन, टीम वॉइस ऑफ पंजाब आज मौजूद है आरिफ आला का एक ऐसा मुस्तहिक और गरीब घराना कि फाजल कॉलोनी के अंदर ये 2 मरले का मकान नहीं है, बल्कि ये 2 मरले के अंदर इनकी ज़िंदगी अजियत बन चुकी है। ये जिस करब के अंदर अपने दिन शबो रोज़ गुजार रहे हैं, आज हमें देख के जो है ना वो बहुत हैरानी परेशानी हुई है। हम बड़े जो है ना वो आपदीदा हुए हैं कि ऐसे लोग भी इस मुआशरे के अंदर मौजूद हैं जो बिल्कुल सफ़ेद पोश हैं, किसी के आगे हाथ नहीं फैलाते। आज बामरे मजबूरी जो है ना वो हमारी टीम इनको जो है ना वो स्क्रीन के ऊपर लेके आई है, ताकि ये 4 जो मेरे छोटे बहन भाई हैं, ये मेरी जो बहन है और ये जो भाई हैं, ये अपनी ज़िंदगी अच्छी गुजार सकें। उन मुखय्यर हज़रात के नाम हमारा ये पैगाम है कि खुदारा अपनी जो है ना वो शाही ख़र्चों से बाहर निकलें
और ऐसे लोगों का सहारा बने जिनकी ज़िंदगी अजीरन हो चुकी हैं, जो क़यामत से पहले क़यामत आ चुकी है, वो यही है। टीम वॉइस ऑफ पंजाब बहुत जल्द मिलेगी आरिफ वाला के एक नए प्रोग्राम के साथ, पंजाब की एक नई स्टोरी के साथ। अपना ख्याल रखिएगा। टीम वॉइस ऑफ पंजाब को इजाज़त दें। अल्लाह हामियो नासर। हाकिम की महंगी सवारी है, मजदूर की बेटी कवारी है, बच्चे के हाथ में कलम नहीं, इंसाफ से आदिलदारी है। तेरे देश की गलियों में कायद गिरिया है, आहोजारी है, गुर्बत के सताए क्या जाने हैं ऊंचे खेल ऐवानों में, ना पैद हुआ है वो शाही था जिसका बसेरा चट्टानों में, गुर्बत के सताए क्या जाने हैं ऊंचे खेल ऐवानों में, हैं ऊंचे खेल ऐवानों में। सूबों की ज़बां में बात करो, अब कैसी कौम कहाँ का दे।